17 ਸਾਲ ਦੀ ਜਮਨਾ ਨਾਂ ਦੀ ਕੁੜੀ ਨੂੰ 30 ਸਾਲ ਦਾ ਅਮਲੀ ਸ਼ੇਰੂ ਮੁੱਲ ਖਰੀਦ ਕੇ ਲੈ ਆਇਆ ਅਤੇ ਉਸਨੂੰ ਆਪਣੀ ਪਤਨੀ ਬਣਾ ਕੇ ਘਰੇ ਰੱਖਣ ਲੱਗ ਗਿਆ। ਜਮਨਾ ਘਰ ਦਾ ਸਾਰਾ ਕੰਮ ਵੀ ਕਰਦੀ ਅਤੇ ਫਿਰ ਸਾਰਾ ਦਿਨ ਪਿੰਡ ਵਿੱਚ ਦਿਹਾੜੀਆਂ ਕਰਦੀ। ਵਿਆਹ ਤੋਂ 1 ਸਾਲ ਬਾਅਦ ਉਸਨੇ ਇੱਕ ਕੁੜੀ ਨੂੰ ਜਨਮ ਦਿੱਤਾ ਜਿਸ ਦਾ ਨਾਮ ਪ੍ਰੀਤੀ ਰੱਖਿਆ। ਇਸ ਤੋਂ ਬਾਅਦ ਵੀ ਉਸ ਦੇ 3 ਕੁੜੀਆਂ ਹੋਈਆਂ, ਪਰ ਉਹਨਾਂ ਨੂੰ ਜਮਨਾ ਦੀ ਸੱਸ ਅਤੇ ਉਸਦੇ ਪਤੀ ਨੇ ਜੰਮਦਿਆਂ ਹੀ ਮਾਰ ਦਿੱਤਾ, ਕਿਉਂਕਿ ਉਹਨਾਂ ਨੂੰ ਜਮਨਾ ਦੀ ਕੁੱਖੋਂ ਮੁੰਡਾ ਚਾਹੀਦਾ ਸੀ। ਉਹ ਪ੍ਰੀਤੀ ਨੂੰ ਵੀ ਪਿਆਰ ਨਹੀਂ ਕਰਦੇ ਸਨ। ਪ੍ਰੀਤੀ ਨੂੰ ਕਦੇ ਉਸਦੀ ਦਾਦੀ ਅਤੇ ਕਦੇ ਉਸਦੇ ਪਿਓ ਵੱਲੋਂ ਕੁੱਟਿਆ ਮਾਰਿਆ ਜਾਂਦਾ। ਉਸ ਨੂੰ ਸਕੂਲ ਵਿੱਚ ਪੜ੍ਹਨ ਵੀ ਨਾ ਲਾਇਆ ਗਿਆ, ਸਗੋਂ ਸਾਰਾ ਦਿਨ ਉਸਨੂੰ ਵੀ ਆਪਣੀ ਮਾਂ ਨਾਲ ਪਿੰਡ ਵਿੱਚ ਜਾ ਕੇ ਮਜ਼ਦੂਰੀ ਕਰਨੀ ਪੈਂਦੀ। ਜਦੋਂ ਪ੍ਰੀਤੀ 10 ਸਾਲਾਂ ਦੀ ਹੋਈ ਤਾਂ ਉਸਨੂੰ ਆਸ-ਪਾਸ ਦੇ ਬੱਚੇ ਸਕੂਲ ਜਾਂਦੇ ਦੇਖ ਕੇ ਸਕੂਲ ਜਾਣ ਦੀ ਇੱਛਾ ਹੋਈ। ਉਹ ਹਰ ਰੋਜ਼ ਆਪਣੀ ਮਾਂ ਨੂੰ ਕਹਿਣ ਲੱਗੀ ਕਿ ਉਸਨੂੰ ਵੀ ਸਕੂਲ ਭੇਜਿਆ ਜਾਵੇ, ਉਹ ਵੀ ਪੜ੍ਹਨਾ ਚਾਹੁੰਦੀ ਹੈ। ਤਾਂ ਉਸਦੇ ਪਿਓ ਨੇ ਕਿਹਾ ਕਿ ਜੇਕਰ ਉਹ ਇਸ ਸਾਲ ਆਪਣੀ ਮਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਕੰਮ ਕਰਕੇ ਪੈਸੇ ਕਮਾਵੇਗੀ ਤਾਂ ਅਗਲੇ ਸਾਲ ਉਸਨੂੰ ਸਕੂਲ ਵਿੱਚ ਪੜ੍ਹਨ ਲਾ ਦਿੱਤਾ ਜਾਵੇਗਾ। ਸਕੂਲ ਪੜ੍ਹਨ ਦੇ ਚਾਅ ਵਿੱਚ ਪ੍ਰੀਤੀ ਆਪਣੀ ਮਾਂ ਨਾਲ ਜੇਠ ਹਾੜ ਦੇ ਤਪਦੇ ਦੁਪਹਿਰਾਂ ਵਿੱਚ, ਪੋਹ ਮਾਘ ਦੀ ਠੰਡ ਵਿੱਚ ਹੱਡ ਭੰਨਵੀਂ ਮਿਹਨਤ ਕਰਦੀ ਰਹੀ, ਪਰ ਉਸ ਦੀ ਕਮਾਈ ਦੇ ਸਾਰੇ ਪੈਸੇ ਉਸਦੇ ਪਿਓ ਵੱਲੋਂ ਨਸ਼ਿਆਂ 'ਤੇ ਹੀ ਖਰਚ ਕਰ ਦਿੱਤੇ ਜਾਂਦੇ। ਜਦੋਂ ਪ੍ਰੀਤੀ ਨੇ ਦੇਖਿਆ ਕਿ ਇੰਨੀ ਕਮਾਈ ਕਰਕੇ ਵੀ ਅਗਲੇ ਸਾਲ ਵੀ ਉਸਨੂੰ ਪੜ੍ਹਨ ਨਹੀਂ ਪਾਇਆ ਜਾ ਰਿਹਾ, ਤਾਂ ਉਹ ਆਪਣੀ ਮਾਂ ਨਾਲ ਪਿੰਡ ਵਿੱਚ ਜਾ ਕੇ ਮਜ਼ਦੂਰੀ ਕਰਨੋਂ ਹਟ ਗਈ। ਉਸਦੇ ਮਜ਼ਦੂਰੀ ਕਰਨ ਤੋਂ ਜਿਹੜੇ ਪੈਸੇ ਮਿਲਦੇ ਸਨ, ਉਹਨਾਂ ਪੈਸਿਆਂ ਤੋਂ ਹੀ ਤਾਂ ਉਸਦੇ ਬਾਪ ਸ਼ੇਰੂ ਦਾ ਨਸ਼ਾ ਪੱਤਾ ਪੂਰਾ ਹੁੰਦਾ ਸੀ। ਸ਼ੇਰੂ ਆਪਣੀ ਧੀ ਨੂੰ ਹਰ ਰੋਜ਼ ਕੁੱਟਣ ਮਾਰਨ ਲੱਗਾ ਕਿ ਉਹ ਫਿਰ ਤੋਂ ਆਪਣੀ ਮਾਂ ਨਾਲ ਜਾ ਕੇ ਦਿਹਾੜੀਆਂ ਕਰੇ ਅਤੇ ਪੈਸੇ ਕਮਾ ਕੇ ਲਿਆਵੇ। ਪ੍ਰੀਤੀ ਕੁੱਟ ਖਾਂਦੀ ਰਹੀ, ਪਰ ਉਸ ਨਾਲ ਹੀ ਉਸਦੀ ਇੱਕੋ ਹੀ ਜਿੱਦ ਰਹੀ ਕਿ ਉਹ ਦਿਹਾੜੀ ਫਿਰ ਹੀ ਕਰੇਗੀ ਜੇਕਰ ਉਸਨੂੰ ਸਕੂਲ ਵਿੱਚ ਪੜ੍ਹਨ ਲਾਇਆ ਜਾਵੇਗਾ। ਇਸੇ ਤਰ੍ਹਾਂ ਕੁਝ ਦਿਨਾਂ ਤੱਕ ਚੱਲਦਾ ਰਿਹਾ। ਇੱਕ ਦਿਨ ਸ਼ੇਰੂ ਨੇ ਆਪਣੀ ਧੀ ਨੂੰ ਕਿਹਾ ਕਿ ਚੱਲ ਤੈਨੂੰ ਸਕੂਲ ਵਿੱਚ ਦਾਖਲ ਕਰਵਾ ਕੇ ਆਉਂਦਾ ਹਾਂ। ਇਹ ਸੁਣ ਕੇ ਪ੍ਰੀਤੀ ਅਤੇ ਉਸਦੀ ਮਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਪ੍ਰੀਤੀ ਖੁਸ਼ੀ-ਖੁਸ਼ੀ ਆਪਣੇ ਬਾਪ ਨਾਲ ਘਰੋਂ ਚਲੀ ਗਈ। ਪ੍ਰੀਤੀ ਨੇ ਰਸਤੇ ਵਿੱਚ ਜਾਂਦਿਆਂ ਆਪਣੇ ਬਾਪ ਨਾਲ ਵਾਅਦਾ ਕੀਤਾ ਕਿ ਹੁਣ ਉਹ ਸਕੂਲ ਵਿੱਚ ਪੂਰੀ ਰੀਝ ਨਾਲ ਪੜ੍ਹਾਈ ਕਰਿਆ ਕਰੇਗੀ। ਜਦੋਂ ਵੀ ਸਕੂਲ ਵਿੱਚੋਂ ਵਾਪਸ ਆ ਜਾਇਆ ਕਰੇਗੀ ਤਾਂ ਉਹ ਦਿਹਾੜੀ ਕਰਨ ਚਲੀ ਜਾਇਆ ਕਰੇਗੀ। ਜਦੋਂ ਵੀ ਕੋਈ ਛੁੱਟੀ ਹੋਇਆ ਕਰੇਗੀ ਤਾਂ ਸਾਰਾ ਦਿਨ ਦਿਹਾੜੀ ਕਰਕੇ ਬਹੁਤ ਸਾਰੇ ਪੈਸੇ ਕਮਾ ਕੇ ਆਪਣੇ ਬਾਪ ਨੂੰ ਦਿਆ ਕਰੇਗੀ। ਫਿਰ ਜਦੋਂ ਉਹ ਬਹੁਤ ਸਾਰੀਆਂ ਕਲਾਸਾਂ ਪੜ੍ਹ ਗਈ ਤਾਂ ਵੱਡੀ ਅਫਸਰ ਬਣੇਗੀ, ਫਿਰ ਉਹਨਾਂ ਨੂੰ ਦਿਹਾੜੀ ਨਹੀਂ ਕਰਨੀ ਪਵੇਗੀ। ਪ੍ਰੀਤੀ ਦੀਆਂ ਗੱਲਾਂ ਚੱਲ ਹੀ ਰਹੀਆਂ ਸਨ ਕਿ ਇੰਨੇ ਨੂੰ ਸ਼ੇਰੂ ਅਤੇ ਪ੍ਰੀਤੀ ਕੋਲ ਇੱਕ ਛੋਟੀ ਜਿਹੀ ਵੈਨ ਆਈ, ਜਿਸ ਵਿੱਚ 2 ਬੰਦੇ ਅਤੇ 2 ਔਰਤਾਂ ਸਨ। ਉਹਨਾਂ ਨੇ ਸ਼ੇਰੂ ਨੂੰ ਪੈਸਿਆਂ ਦੀ ਇੱਕ ਗੁੱਟੀ ਫੜਾਈ ਅਤੇ ਪ੍ਰੀਤੀ ਨੂੰ ਆਪਣੇ ਨਾਲ ਵੈਨ ਵਿੱਚ ਬਿਠਾ ਕੇ ਲੈ ਗਏ। ਇਹ ਸਭ ਸ਼ੇਰੂ ਨੇ ਪਹਿਲਾਂ ਹੀ ਤੈਅ ਕੀਤਾ ਹੋਇਆ ਸੀ। ਉਸਨੇ ਸਿਰਫ ਕੁਝ ਕੁ ਪੈਸਿਆਂ ਪਿੱਛੇ ਆਪਣੀ ਧੀ ਨੂੰ ਵੇਚ ਦਿੱਤਾ ਸੀ, ਕਿਉਂਕਿ ਹੁਣ ਉਹ ਦਿਹਾੜੀਆਂ ਕਰਕੇ ਆਪਣੇ ਬਾਪ ਨੂੰ ਪੈਸੇ ਨਹੀਂ ਕਮਾ ਕੇ ਦਿੰਦੀ ਸੀ, ਸਗੋਂ ਪੜ੍ਹਾਈ ਦੀ ਜਿੱਦ ਕਰਦੀ ਸੀ। ਪ੍ਰੀਤੀ ਨੂੰ ਖਰੀਦਣ ਵਾਲੇ ਉਸਦੀਆਂ ਅੱਖਾਂ 'ਤੇ ਕਾਲਾ ਕੱਪੜਾ ਬੰਨ੍ਹ ਕੇ ਇੱਕ ਬਹੁਤ ਹੀ ਵੱਡੀ ਇਮਾਰਤ ਵਿੱਚ ਲੈ ਗਏ। ਉੱਥੇ ਜਾ ਕੇ ਉਸਨੂੰ ਇੱਕ ਕਮਰੇ ਵਿੱਚ 7-8 ਦਿਨਾਂ ਤੱਕ ਕੈਦ ਕਰੀ ਰੱਖਿਆ। ਉੱਥੇ ਹੀ ਉਸਨੂੰ ਰੋਟੀ ਪਾਣੀ ਫੜਾ ਦਿੱਤਾ ਜਾਂਦਾ ਸੀ। ਕਮਰੇ ਦੇ ਨਾਲ ਹੀ ਬਾਥਰੂਮ ਵੀ ਬਣਿਆ ਹੋਇਆ ਸੀ। ਪ੍ਰੀਤੀ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਸੀ। ਉਹ ਆਪਣੇ ਮਾਂ-ਬਾਪ ਨੂੰ ਆਵਾਜ਼ਾਂ ਮਾਰਦੀ ਰਹਿੰਦੀ। 7-8 ਦਿਨ ਇਸੇ ਤਰ੍ਹਾਂ ਚੱਲਿਆ। ਹੁਣ ਪ੍ਰੀਤੀ ਬਹੁਤ ਉਦਾਸ ਹੋ ਗਈ ਸੀ। ਫਿਰ ਉਸਨੂੰ ਕੁਝ ਹੋਰ 15-16 ਕੁੜੀਆਂ ਦੇ ਨਾਲ ਇੱਕ ਵੱਡੇ ਕਮਰੇ ਵਿੱਚ ਰੱਖ ਦਿੱਤਾ, ਜਿੱਥੇ ਕੁਝ ਕੁੜੀਆਂ ਪ੍ਰੀਤੀ ਤੋਂ ਵੱਡੀ ਉਮਰ ਦੀਆਂ ਸਨ ਅਤੇ ਕੁਝ ਕੁੜੀਆਂ ਛੋਟੀ ਉਮਰ ਦੀਆਂ। ਉਹਨਾਂ ਨੇ ਪ੍ਰੀਤੀ ਨੂੰ ਦੱਸਿਆ ਕਿ ਹੁਣ ਇਹ ਲੋਕ ਹੀ ਆਪਣੇ ਮਾਲਕ ਹਨ। ਇਹਨਾਂ ਨੇ ਆਪਾਂ ਨੂੰ ਆਪਣੇ ਮਾਂ-ਬਾਪ ਤੋਂ ਖਰੀਦਿਆ ਹੋਇਆ ਹੈ। ਹੁਣ ਹਰ ਰੋਜ਼ ਆਪਣੇ ਤੋਂ ਇਹ ਆਪਣੀ ਮਨਮਰਜ਼ੀ ਦੇ ਕੰਮ ਕਰਾਇਆ ਕਰਨਗੇ ਅਤੇ ਬਦਲੇ ਵਿੱਚ ਸਿਰਫ ਆਪਾਂ ਨੂੰ
ਪਾਉਣ ਲਈ ਕੁਝ ਕੁ ਪੁਰਾਣੇ ਜਿਹੇ ਕੱਪੜੇ ਅਤੇ 2 ਟਾਈਮ ਦਾ ਖਾਣਾ ਖਾਣ ਲਈ ਦੇਣਗੇ ਅਤੇ ਜਦੋਂ ਅਸੀਂ ਵੱਡੀਆਂ ਹੋ ਜਾਵਾਂਗੀਆਂ ਤਾਂ ਇਹ ਆਪਾਂ ਨੂੰ ਅੱਗੇ ਕਿਸੇ ਹੋਰ ਕੋਲ ਵੇਚ ਦੇਣਗੇ। ਜੇ ਆਪਾਂ ਇਹਨਾਂ ਦੀ ਕੋਈ ਵੀ ਗੱਲ ਨਹੀਂ ਮੰਨਦੀਆਂ ਤਾਂ ਇਹ ਆਪਾਂ ਨੂੰ ਬਹੁਤ ਕੁੱਟਣਗੇ। ਪ੍ਰੀਤੀ ਨੂੰ ਉਹਨਾਂ ਦੀਆਂ ਗੱਲਾਂ ਸੁਣ ਕੇ ਬਹੁਤ ਡਰ ਲੱਗ ਰਿਹਾ ਸੀ। ਬਾਕੀ ਸਾਰੀਆਂ ਕੁੜੀਆਂ ਦੇ ਚਿਹਰਿਆਂ ਤੇ ਵੀ ਸਹਿਮ ਛਾਇਆ ਹੋਇਆ ਸੀ। ਅਗਲੇ ਹੀ ਦਿਨ ਤੋਂ ਪ੍ਰੀਤੀ ਨੂੰ ਬਾਕੀ ਦੀਆਂ ਹੋਰਨਾਂ ਕੁੜੀਆਂ ਨਾਲ ਮਜ਼ਦੂਰੀ ਕਰਨ ਲਈ ਲਗਾ ਦਿੱਤਾ ਗਿਆ। ਉਹ ਇੱਟਾਂ ਢੋਣ ਦਾ ਕੰਮ ਕਰਦੀਆਂ, ਝਾੜੂ ਪੋਚਾ ਕਰਦੀਆਂ, ਮਾਲਕਾਂ ਦੇ ਕੱਪੜੇ ਧੋਂਦੀਆਂ, ਮਾਲਕਾਂ ਦੇ ਸਰੀਰਾਂ ਦੀਆਂ ਮਾਲਸ਼ਾਂ ਕਰਦੀਆਂ, ਜੂਠੇ ਭਾਂਡੇ ਧੋਂਦੀਆਂ, ਭਾਰੇ ਸਮਾਨ ਦੀ ਢੋਆ ਢੁਆਈ ਕਰਦੀਆਂ, ਅਨਾਜ ਅਤੇ ਮਸਾਲੇ ਚੱਕੀਆਂ ਉੱਪਰ ਪੀਸਦੀਆਂ ਤੇ ਬਸ ਰੋਂਦੀਆਂ ਰਹਿੰਦੀਆਂ। ਉਹ ਬਹੁਤ ਕੋਸ਼ਿਸ਼ ਕਰਦੀਆਂ ਕਿ ਇਸ ਵਿਸ਼ਾਲ ਇਮਾਰਤ ਦੀ 4 ਦੀਵਾਰੀ ਤੋਂ ਬਾਹਰ ਦੀ ਦੁਨੀਆ ਦਾ ਉਹਨਾਂ ਨੂੰ ਦੀਦਾਰ ਹੋਵੇ, ਪਰ ਇੱਥੇ ਉਹਨਾਂ ਦੀ ਇਹ ਚਾਹਤ ਪੂਰੀ ਕਰਨ ਵਾਲਾ ਕੋਈ ਨਹੀਂ ਸੀ। ਇਸੇ ਤਰ੍ਹਾਂ 4-5 ਸਾਲ ਲੰਘ ਗਏ। ਉਹ ਵਿਚਾਰੀਆਂ ਕੁੜੀਆਂ ਇੱਕ ਦਿਨ ਮਰ ਕੇ ਕੱਟ ਰਹੀਆਂ ਸਨ। ਉੱਥੇ ਹੀ ਇੱਕ ਬਹੁਤ ਪੁਰਾਣੇ ਸਮੇਂ ਤੋਂ ਇੱਕ ਬਜ਼ੁਰਗ ਮਾਤਾ ਵੀ ਰਹਿ ਰਹੀ ਸੀ, ਜੋ ਕਿ ਮਾਲਕਾਂ ਦੇ ਵਿੱਚੋਂ ਹੀ ਕਿਸੇ ਇੱਕ ਦੀ ਮਾਤਾ ਸੀ। ਉਹ ਖੁਦ ਵੀ ਇਸ ਸਭ ਦੇ ਖਿਲਾਫ ਸੀ ਜੋ ਇੱਥੇ ਕੁੜੀਆਂ ਨਾਲ ਹੋ ਰਿਹਾ ਸੀ, ਪਰ ਉਸ ਦੀ ਕੋਈ ਪੇਸ਼ ਨਹੀਂ ਚੱਲਦੀ ਸੀ। ਪ੍ਰੀਤੀ ਅਤੇ ਉਸ ਵਿੱਚ ਬਹੁਤ ਗੂੜੀ ਸਾਂਝ ਬਣ ਗਈ ਸੀ। ਪ੍ਰੀਤੀ ਨੂੰ ਉਸ ਦੇ ਮੂੰਹ ਵਿੱਚੋਂ ਮਮਤਾ ਨਜ਼ਰ ਆਉਂਦੀ ਸੀ, ਭਾਵੇਂ ਕਿ ਮਾਲਕ ਉਸ ਮਾਤਾ ਨੂੰ ਬਹੁਤਾ ਸਮਾਂ ਉਹਨਾਂ ਕੁੜੀਆਂ ਨਾਲ ਠਹਿਰਨ ਨਹੀਂ ਦਿੰਦੇ ਸਨ, ਪਰ ਫਿਰ ਵੀ ਅੱਖਾਂ ਬਚਾ ਕੇ ਕਦੇ ਨਾ ਕਦੇ ਥੋੜ੍ਹਾ ਬਹੁਤਾ ਸਮਾਂ ਉਹ ਇੱਕ ਦੂਜੇ ਨੂੰ ਮਿਲ ਲੈਂਦੀਆਂ ਸਨ। ਉਹਨਾਂ ਕੁੜੀਆਂ ਨੂੰ ਧੁੱਪਾਂ ਵਿੱਚ ਵੀ ਮਜ਼ਦੂਰੀ ਕਰਨੀ ਪਈ, ਕੋਹਰੇ ਵਿੱਚ ਵੀ, ਮੀਂਹਾਂ ਵਿੱਚ ਵੀ ਅਤੇ ਹਨੇਰੀਆਂ ਵਿੱਚ ਵੀ। ਤਪਦੀਆਂ ਧੁੱਪਾਂ ਵਿੱਚ ਮਜ਼ਦੂਰੀ ਕਰਦਿਆਂ ਕੁੜੀਆਂ ਦੇ ਰੰਗ ਰੂਪ ਸੜਦੇ ਜਾ ਰਹੇ ਸਨ। ਪੋਹ ਮਾਘ ਦੇ ਕੋਹਰੇ ਨੇ ਉਹਨਾਂ ਦੇ ਹਾਸੇ ਵੀ ਕੰਬਣ ਲਾ ਦਿੱਤੇ ਸਨ। ਮੀਂਹਾਂ ਦੇ ਪਾਣੀਆਂ ਨਾਲ ਉਹਨਾਂ ਦੇ ਹੰਝੂ ਇੱਕ-ਮਿੱਕ ਹੋ ਗਏ ਸਨ। ਤੇਜ਼ ਹਨੇਰੀਆਂ ਵਿੱਚ ਉਹਨਾਂ ਦੇ ਚਾਅ ਮਲਾਰ ਉੱਡ-ਪੁੱਡ ਗਏ ਸਨ। ਉਹਨਾਂ ਵਿੱਚੋਂ ਜਿਉਣ ਦੀ ਆਸ ਖਤਮ ਹੁੰਦੀ ਜਾ ਰਹੀ ਸੀ। ਇੱਕ ਦਿਨ ਪ੍ਰੀਤੀ ਨੂੰ ਅਤੇ ਉਹਨਾਂ ਵਿੱਚੋਂ ਕੁਝ ਹੋਰ ਕੁੜੀਆਂ ਨੂੰ ਅੱਗੇ ਕਿਸੇ ਹੋਰ ਕੋਲ ਵੇਚਣ ਲਈ ਇੱਕ ਵੈਨ ਵਿੱਚ ਲਿਜਾਇਆ ਜਾ ਰਿਹਾ ਸੀ ਕਿ ਰਸਤੇ ਵਿੱਚ ਤੇਜ਼ ਮੀਂਹ ਅਤੇ ਤੂਫਾਨ ਕਾਰਨ ਬਹੁਤ ਮੁਸ਼ਕਿਲ ਨਾਲ ਸੜਕ ਉੱਪਰ ਆਵਾਜਾਈ ਦੇ ਵਾਹਨ ਚੱਲ ਰਹੇ ਸਨ। ਰਸਤੇ ਵਿੱਚ ਕਾਫੀ ਦਰਖਤ ਵੀ ਡਿੱਗੇ ਹੋਏ ਸਨ। ਉਹਨਾਂ ਨੇ ਕੁਝ ਸਮੇਂ ਲਈ ਆਪਣੀ ਵੈਨ ਉਸੇ ਹੀ ਜਗ੍ਹਾ ਤੇ ਰੋਕ ਲਈ। ਉੱਥੇ ਕਾਫੀ ਟ੍ਰੈਫਿਕ ਹੋ ਗਿਆ ਸੀ। ਰਸਤੇ ਵਿੱਚ ਜਾਮ ਲੱਗ ਗਿਆ। ਉੱਥੇ ਪੁਲਿਸ ਦੀਆਂ ਵੀ ਕੁਝ ਗੱਡੀਆਂ ਆ ਗਈਆਂ। ਪੁਲਿਸ ਨੂੰ ਦੇਖਦਿਆਂ ਹੀ ਸਾਰੀਆਂ ਕੁੜੀਆਂ ਨੇ ਉੱਚੀ-ਉੱਚੀ ਚੀਕਾਂ ਮਾਰਨੀਆਂ ਸ਼ੁਰੂ ਕਰਤੀਆਂ ਅਤੇ ਵੈਨ ਦੇ ਸ਼ੀਸ਼ੇ ਭੰਨਣੇ ਸ਼ੁਰੂ ਕਰ ਦਿੱਤੇ। ਆਸ-ਪਾਸ ਦੇ ਸਭ ਲੋਕਾਂ ਦਾ ਧਿਆਨ ਉਸ ਵੈਨ ਵੱਲ ਹੋ ਗਿਆ। ਆਮ ਲੋਕਾਂ ਅਤੇ ਪੁਲਿਸ ਨੇ ਮਿਲ ਕੇ ਉਹਨਾਂ ਕੁੜੀਆਂ ਨੂੰ ਬਚਾ ਲਿਆ ਅਤੇ ਪੁਲਿਸ ਨੇ ਉਹਨਾਂ ਕੁੜੀਆਂ ਦੀ ਖਰੀਦ ਵੇਚ ਕਰਨ ਵਾਲਿਆਂ ਨੂੰ ਵੀ ਗ੍ਰਿਫਤਾਰ ਕਰ ਲਿਆ। ਸਾਰੀ ਪੁੱਛਗਿੱਛ ਅਤੇ ਜਾਂਚ ਪੜਤਾਲ ਤੋਂ ਬਾਅਦ ਦੋਸ਼ੀਆਂ ਨੂੰ ਸਜ਼ਾ ਅਤੇ ਜੁਰਮਾਨਾ ਵੀ ਹੋਇਆ। ਕੁੜੀਆਂ ਨੂੰ ਉਹਨਾਂ ਦੇ ਮਾਤਾ-ਪਿਤਾ ਕੋਲ ਭੇਜ ਦਿੱਤਾ ਗਿਆ ਅਤੇ ਉਹਨਾਂ ਨੂੰ ਵੇਚਣ ਵਾਲੇ ਮਾਤਾ-ਪਿਤਾ ਨੂੰ ਵੀ ਸਜ਼ਾ ਦਿੱਤੀ। ਪ੍ਰੀਤੀ ਨੂੰ ਵੀ ਉਸਦੇ ਘਰ ਛੱਡ ਦਿੱਤਾ ਗਿਆ, ਪਰ ਪ੍ਰੀਤੀ ਨੂੰ ਇਹ ਡਰ ਪੈਦਾ ਹੋ ਗਿਆ ਸੀ ਕਿ ਹੁਣ ਫਿਰ ਉਸ ਤੋਂ ਜ਼ਬਰਦਸਤੀ ਕੰਮ ਕਰਵਾਇਆ ਜਾਵੇਗਾ, ਕੁੱਟਿਆ ਮਾਰਿਆ ਜਾਵੇਗਾ ਅਤੇ ਹੋ ਸਕਦਾ ਹੈ ਕਿ ਦੁਬਾਰਾ ਕਿਤੇ ਫਿਰ ਵੇਚ ਦਿੱਤਾ ਜਾਵੇ ਜਾਂ ਫਿਰ ਮਾਰ ਹੀ ਦਿੱਤਾ ਜਾਵੇ। ਪ੍ਰੀਤੀ ਇਸੇ ਡਰ ਕਾਰਨ ਇਸੇ ਦਿਨ ਹੀ ਸ਼ਾਮ ਨੂੰ ਘਰੋਂ ਭੱਜ ਗਈ। ਬਹੁਤ ਦੂਰ ਚਲੀ ਗਈ। ਇੱਕ ਪਿੰਡ ਦੇ ਵਿੱਚ ਇੱਕ 40 ਕੁ ਸਾਲ ਦੇ ਇੱਕ ਸਰਪੰਚ ਕੋਲ ਚਲੀ ਗਈ। ਉਸ ਨੇ ਆਪਣੇ ਬਾਰੇ ਉਸਨੂੰ ਸਭ ਦੱਸ ਦਿੱਤਾ। ਉਸ ਸਰਪੰਚ ਦੇ ਘਰ ਦੇ ਕੋਲ ਪਹਿਲਾਂ ਹੀ ਕਈ ਗਰੀਬ ਪਰਿਵਾਰ ਰਹਿੰਦੇ ਸਨ ਜੋ ਕਿ ਸਰਪੰਚ ਦੇ ਖੇਤਾਂ ਵਿੱਚ ਕੰਮ ਕਰਦੇ ਸਨ। ਸਰਪੰਚ ਨੇ ਹੀ ਉਹਨਾਂ ਨੂੰ ਰਹਿਣ ਲਈ ਜਗ੍ਹਾ ਦਿੱਤੀ ਸੀ ਅਤੇ ਉਹ ਹੀ ਉਹਨਾਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਸੀ। ਉਹਨਾਂ ਦੇ ਨਾਲ ਹੀ ਹੁਣ ਪ੍ਰੀਤੀ ਵੀ ਉਹਨਾਂ ਦੇ ਖੇਤਾਂ ਵਿੱਚ ਕੰਮ ਕਰਨ ਲੱਗੀ। ਹੁਣ ਪ੍ਰੀਤੀ ਨੂੰ ਆਪਣੀ ਜ਼ਿੰਦਗੀ ਥੋੜੀ ਆਸਾਨ ਜਿਹੀ ਲੱਗਣ ਲੱਗੀ ਹੀ ਸੀ ਕਿ ਇੱਕ ਦਿਨ ਉਸੇ ਹੀ ਸਰਪੰਚ ਦਾ 25 ਕੁ ਸਾਲ ਦਾ ਮੁੰਡਾ ਜੋ ਕਿ ਵਿਆਹਿਆ ਹੋਇਆ ਸੀ, ਉਸਨੇ ਲਗਭਗ 15-16 ਕੁ ਸਾਲ ਦੀ ਪ੍ਰੀਤੀ ਨੂੰ ਆਪਣੇ ਕੋਲ ਬੁਲਾ ਲਿਆ ਤੇ ਉਸਦਾ ਬਲਾਤਕਾਰ ਕਰ ਦਿੱਤਾ।
ਅਤੇ ਪ੍ਰੀਤੀ ਨੂੰ ਉਸਨੇ ਕਿਹਾ ਕਿ ਜੇ ਉਹ ਇਸ ਬਾਰੇ ਕਿਸੇ ਕੋਲ ਵੀ ਗੱਲ ਕਰੇਗੀ ਤਾਂ ਉਹ ਇੱਥੋਂ ਉਸਨੂੰ ਭਜਾ ਦੇਵੇਗਾ। ਤਾਂ ਕਰਕੇ ਪ੍ਰੀਤੀ ਨੇ ਇਸ ਬਾਰੇ ਕਿਸੇ ਨਾਲ ਕੋਈ ਗੱਲ ਨਾ ਕੀਤੀ। ਸਰਪੰਚ ਦੇ ਮੁੰਡੇ ਦਾ ਜਦੋਂ ਜੀ ਚਾਹੁੰਦਾ ਉਹ ਉਦੋਂ ਹੀ ਉਸ ਨੂੰ ਨਾਲ ਲੈ ਕੇ ਜਾਂਦਾ ਅਤੇ ਸਰੀਰਕ ਸੰਬੰਧ ਬਣਾ ਲੈਂਦਾ। ਇੱਕ ਵਾਰ ਪ੍ਰੀਤੀ ਗਰਭਵਤੀ ਹੋ ਗਈ। ਅਜੇ ਤਾਂ ਉਹ ਨਾਬਾਲਗ ਹੀ ਸੀ। ਇਹ ਸਭ ਵੇਖ ਕੇ ਸਰਪੰਚ ਨੇ ਪ੍ਰੀਤੀ ਦਾ ਵਿਆਹ ਆਪਣੇ ਮਜ਼ਦੂਰਾਂ ਵਿੱਚੋਂ ਹੀ ਕਿਸੇ ਇੱਕ ਨਾਲ ਕਰਾ ਦਿੱਤਾ। ਉਸ ਦੀ ਉਮਰ ਤਾਂ ਪ੍ਰੀਤੀ ਦੀ ਉਮਰ ਤੋਂ ਦੁੱਗਣੀ ਸੀ। ਸਰਪੰਚ ਦੇ ਦਿਮਾਗ 'ਤੇ ਇਸ ਗੱਲ ਦਾ ਬਹੁਤ ਵੱਡਾ ਬੋਝ ਪਿਆ ਅਤੇ ਉਸਨੇ ਆਪਣੇ ਆਪ ਨੂੰ ਪ੍ਰੀਤੀ ਦੀ ਇਸ ਹਾਲਤ ਦਾ ਜ਼ਿੰਮੇਵਾਰ ਸਮਝਦੇ ਹੋਏ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਸਰਪੰਚ ਦੀ ਮੌਤ ਦਾ ਪ੍ਰੀਤੀ ਨੂੰ ਵੀ ਬਹੁਤ ਦੁੱਖ ਹੋਇਆ ਸੀ। ਪ੍ਰੀਤੀ ਦੇ ਵਿਆਹ ਤੋਂ 4 ਮਹੀਨੇ ਬਾਅਦ ਹੀ ਉਸਨੇ ਆਪਣੇ ਅਤੇ ਸਰਪੰਚ ਦੇ ਮੁੰਡੇ ਦੇ ਪੁੱਤਰ ਨੂੰ ਜਨਮ ਦਿੱਤਾ। ਲਗਭਗ ਸਾਰੇ ਜਾਣਦੇ ਸਨ ਕਿ ਇਹ ਪ੍ਰੀਤੀ ਅਤੇ ਉਸਦੇ ਘਰ ਵਾਲੇ ਦਾ ਪੁੱਤਰ ਨਹੀਂ ਹੈ, ਸਗੋਂ ਸਰਪੰਚ ਦਾ ਪੋਤਾ ਹੈ ਜਿਸ ਦੀ ਮਾਂ ਪ੍ਰੀਤੀ ਹੈ। ਪਰ ਫਿਰ ਵੀ ਕੋਈ ਸ਼ਰੇਆਮ ਇਹ ਗੱਲ ਨਾ ਹੀ ਤਾਂ ਪ੍ਰੀਤੀ ਨੂੰ ਕਹਿੰਦਾ ਸੀ ਅਤੇ ਨਾ ਹੀ ਸਰਪੰਚ ਦੇ ਪਰਿਵਾਰ ਨੂੰ, ਕਿਉਂਕਿ ਸਾਰੇ ਸਰਪੰਚ ਦੇ ਮੁੰਡੇ ਤੋਂ ਡਰਦੇ ਸਨ। ਪਰ ਆਪਸ ਵਿੱਚ ਸਾਰੇ ਇੱਕ ਦੂਜੇ ਨਾਲ ਇਸ ਗੱਲ 'ਤੇ ਘੁਸਰ-ਮੁਸਰ ਕਰਦੇ ਹੀ ਰਹਿੰਦੇ ਸਨ। ਪ੍ਰੀਤੀ ਦੇ ਵਿਆਹ ਤੋਂ 2 ਸਾਲ ਬਾਅਦ ਉਸਨੇ ਆਪਣੇ ਘਰ ਵਾਲੇ ਦੇ ਬੱਚੇ ਨੂੰ ਵੀ ਜਨਮ ਦਿੱਤਾ। ਇਸ ਵਾਰ ਵੀ ਉਸਦੇ ਮੁੰਡਾ ਹੀ ਜੰਮਿਆ। ਸਰਪੰਚ ਦੇ ਮੁੰਡੇ ਦੇ ਵਿਆਹ ਨੂੰ ਵੀ 9 ਸਾਲ ਹੋ ਗਏ ਸਨ, ਪਰ ਉਸਦੀ ਘਰਵਾਲੀ ਕੋਲ ਕੋਈ ਬੱਚਾ ਨਹੀਂ ਹੋਇਆ ਸੀ। ਹੁਣ ਉਹਨਾਂ ਨੇ ਪ੍ਰੀਤੀ ਤੋਂ ਉਹ ਬੱਚਾ ਲੈ ਲਿਆ ਜੋ ਕਿ ਸਰਪੰਚ ਦੇ ਮੁੰਡੇ ਅਤੇ ਪ੍ਰੀਤੀ ਦਾ ਸੀ। ਪ੍ਰੀਤੀ ਆਪਣਾ ਬੱਚਾ ਉਹਨਾਂ ਨੂੰ ਦੇਣਾ ਤਾਂ ਨਹੀਂ ਚਾਹੁੰਦੀ ਸੀ। ਫਿਰ ਉਸਨੇ ਸੋਚਿਆ ਕਿ ਸਰਪੰਚ ਦੇ ਘਰ ਤਾਂ ਉਸਦੇ ਬੱਚੇ ਨੂੰ 100 ਤਰ੍ਹਾਂ ਦੀਆਂ ਸੁੱਖ ਸਹੂਲਤਾਂ ਮਿਲਣਗੀਆਂ ਜੋ ਕਿ ਉਹ ਆਪ ਉਸਨੂੰ ਨਹੀਂ ਦੇ ਸਕਦੀ, ਅਤੇ ਇਸ ਤੋਂ ਇਲਾਵਾ ਉਹ ਆਪਣੇ ਦੂਜੇ ਬੱਚੇ ਦੀ ਵੀ ਦੇਖਭਾਲ ਚੰਗੀ ਤਰ੍ਹਾਂ ਕਰ ਲਵੇਗੀ। 2 ਬੱਚਿਆਂ ਦੀ ਦੇਖਭਾਲ ਸ਼ਾਇਦ ਉਹ ਕੋਈ ਜ਼ਿਆਦਾ ਚੰਗੇ ਤਰੀਕੇ ਨਾਲ ਨਹੀਂ ਕਰ ਸਕਦੀ। ਉਹ ਆਪਣੇ ਦੋਹਾਂ ਬੱਚਿਆਂ ਨੂੰ ਬਹੁਤ ਵਧੀਆ ਜ਼ਿੰਦਗੀ ਦੇਣਾ ਚਾਹੁੰਦੀ ਸੀ। ਉਹ ਦੋਹਾਂ ਨੂੰ ਹੀ ਇੱਕੋ ਜਿੰਨਾ ਪਿਆਰ ਕਰਦੀ ਸੀ। ਸਰਪੰਚ ਦੇ ਪੋਤੇ ਦੇ ਪੁਰਾਣੇ ਕੱਪੜੇ ਅਤੇ ਜੁੱਤੇ ਪ੍ਰੀਤੀ ਦੇ ਛੋਟੇ ਮੁੰਡੇ ਨੂੰ ਦੇ ਦਿੱਤੇ ਜਾਂਦੇ। ਸਰਪੰਚ ਦੇ ਪੋਤੇ ਨੂੰ ਮਖਮਲੀ ਬਿਸਤਰਿਆਂ 'ਤੇ ਸੁਲਾਇਆ ਜਾਂਦਾ। ਤਰ੍ਹਾਂ ਤਰ੍ਹਾਂ ਦੇ ਪਕਵਾਨ ਖਵਾਏ ਜਾਂਦੇ ਹਨ। ਵੰਨ-ਸੁਵੰਨੇ ਖਿਡੌਣਿਆਂ ਨਾਲ ਖਿਡਾਇਆ ਜਾਂਦਾ। ਰਾਜਕੁਮਾਰਾਂ ਵਾਂਗ ਉਸਦਾ ਪਾਲਣ ਪੋਸ਼ਣ ਹੁੰਦਾ। ਜਦੋਂ ਕੁਝ ਵੱਡਾ ਹੋਇਆ ਤਾਂ ਸ਼ਹਿਰ ਦੇ ਇੱਕ ਮਹਿੰਗੇ ਸਕੂਲ ਵਿੱਚ ਉਸਨੂੰ ਪੜ੍ਹਨ ਲਾਇਆ ਗਿਆ। ਹਰ ਰੋਜ਼ ਉਸਨੂੰ ਕਾਰ 'ਤੇ ਹੀ ਸਕੂਲ ਛੱਡ ਕੇ ਆਉਂਦੇ ਅਤੇ ਕਾਰ 'ਤੇ ਹੀ ਵਾਪਸ ਲੈ ਕੇ ਆਉਂਦੇ। ਉਸਦੀ ਹਰ ਜਿੱਦ ਪਹਿਲੇ ਬੋਲ 'ਤੇ ਹੀ ਪੂਰੀ ਕੀਤੀ ਜਾਂਦੀ। ਦੂਜੇ ਪਾਸੇ ਪ੍ਰੀਤੀ ਦੇ ਛੋਟੇ ਮੁੰਡੇ ਨੂੰ ਖਸਤਾ ਜਿਹੀ ਹਾਲਤ ਵਾਲੇ ਕਮਰੇ ਵਿੱਚ ਪੁਰਾਣੇ ਜਿਹੇ ਮੰਜੇ 'ਤੇ ਸੁਲਾਇਆ ਜਾਂਦਾ। ਬਸ ਸਾਦੀ ਰੋਟੀ ਖਾਣ ਲਈ ਮਿਲਦੀ। ਉਸਦੀ ਮਾਂ ਦੇ ਰੋਕਣ 'ਤੇ ਵੀ ਉਸਨੂੰ ਉਸਦੇ ਪਿਓ ਨਾਲ ਖੇਤਾਂ ਵਿੱਚ ਕੰਮ ਕਰਨਾ ਪੈਂਦਾ। ਪਿੰਡ ਦੇ ਛੋਟੇ ਅਤੇ ਸਧਾਰਨ ਜਿਹੇ ਸਕੂਲ ਵਿੱਚ ਉਸਨੂੰ ਪੜ੍ਹਨ ਲਾ ਦਿੱਤਾ ਗਿਆ, ਜਿੱਥੇ ਪੜ੍ਹਾਈ ਦਾ ਕੋਈ ਵੀ ਖਾਸ ਪ੍ਰਬੰਧ ਨਹੀਂ ਸੀ। ਨਾ ਹੀ ਅਧਿਆਪਕ ਪੂਰੇ ਸਨ। ਜਿਹੜੇ ਅਧਿਆਪਕ ਸਨ ਉਹ ਸਿਰਫ ਟਾਈਮ ਪਾਸ ਕਰਕੇ ਚਲੇ ਜਾਂਦੇ। ਪ੍ਰੀਤੀ ਦੇ ਛੋਟੇ ਮੁੰਡੇ ਨੂੰ ਸਰਪੰਚ ਦੇ ਪੋਤੇ ਵੱਲ ਵੇਖ ਵੇਖ ਕੇ ਆਪਣੀ ਹਾਲਤ 'ਤੇ ਬੜਾ ਤਰਸ ਆਉਂਦਾ। ਉਹ ਵੀ ਉਸ ਵਾਂਗ ਇੱਕ ਵਧੀਆ ਅਤੇ ਬੇਫਿਕਰੀ ਵਾਲੀ ਜ਼ਿੰਦਗੀ ਜਿਉਣੀ ਚਾਹੁੰਦਾ ਸੀ। ਇੱਕ ਦਿਨ ਉਸਨੂੰ ਕਿਸੇ ਨੇ ਇਹ ਕਹਿ ਦਿੱਤਾ ਕਿ ਸਰਪੰਚ ਦਾ ਪੋਤਾ ਤੇਰਾ ਹੀ ਵੱਡਾ ਭਰਾ ਏ, ਪਰ ਤੇਰੀ ਮਾਂ ਨੇ ਉਹਨੂੰ ਤਾਂ ਮਹਿਲਾਂ ਵਿੱਚ ਵਾੜ ਕੇ ਰਾਜਕੁਮਾਰ ਬਣਾ ਦਿੱਤਾ ਤੇ ਤੈਨੂੰ ਖੇਤਾਂ ਵਿੱਚ ਦਿਹਾੜੀਆਂ ਕਰਨ ਲਾ ਦਿੱਤਾ। ਇਹ ਗੱਲ ਸੁਣ ਕੇ ਪ੍ਰੀਤੀ ਦੇ ਛੋਟੇ ਮੁੰਡੇ ਨੂੰ ਬਹੁਤ ਗੁੱਸਾ ਆਇਆ। ਉਹ ਰੋਂਦਾ ਰੋਂਦਾ ਘਰ ਆਇਆ। ਘਰ ਆ ਕੇ ਆਪਣੀ ਮਾਂ ਨੂੰ ਲੜਦਾ ਹੋਇਆ ਕਹਿਣ ਲੱਗਾ ਕਿ ਮਾਂ, ਤੂੰ ਮੇਰਾ ਕਿਉਂ ਨਹੀਂ ਸੋਚਿਆ, ਜਾਂ ਤੂੰ ਸਾਨੂੰ ਦੋਹਾਂ ਨੂੰ ਸਰਪੰਚ ਦੇ ਘਰ ਰੱਖਦੀ, ਜਾਂ ਦੋਹਾਂ ਨੂੰ ਇੱਥੇ ਹੀ ਰੱਖਦੀ। ਮੇਰਾ ਵੀ ਜੀ ਕਰਦਾ ਨਵੇਂ ਕੱਪੜੇ ਪਾਉਣ ਨੂੰ, ਨਵੀਆਂ ਖੇਡਾਂ ਨਾਲ ਖੇਡਣ ਨੂੰ, ਕਾਰ ਵਿੱਚ ਬਹਿ ਕੇ ਸ਼ਹਿਰ ਵਾਲੇ ਵੱਡੇ ਸਕੂਲ ਵਿੱਚ ਪੜ੍ਹਨ ਨੂੰ। ਮੈਂ ਸਾਰਾ ਦਿਨ ਬਾਪੂ ਨਾਲ ਖੇਤਾਂ 'ਚ ਕੰਮ ਕਰਦਾ, ਫਿਰ ਵੀ ਮੈਨੂੰ ਕੁਝ ਨਹੀਂ ਮਿਲਦਾ ਮਾਂ। ਮੇਰਾ ਵੀ ਜੀ ਕਰਦਾ ਵੱਡੇ ਭਰਾ ਵਰਗੀ ਜ਼ਿੰਦਗੀ ਜਿਉਣ ਨੂੰ। ਮਾਂ, ਤੂੰ ਕਿਉਂ ਜਨਮ ਦਿੱਤਾ ਮੈਨੂੰ, ਜੇ ਮੇਰੇ ਨਾਲ ਇੰਨਾ ਫਰਕ ਹੀ ਰੱਖਣਾ ਸੀ? ਮਾਂ, ਮੈਨੂੰ ਦੱਸ ਤਾਂ ਸਹੀ। ਇੰਨੀ ਗੱਲ ਕਹਿ ਕੇ ਉਹ ਮੰਜੇ 'ਤੇ ਬਹਿ ਕੇ ਰੋਣ ਲੱਗ ਗਿਆ। ਪ੍ਰੀਤੀ ਸਾਰੀ ਗੱਲ ਉਸਨੂੰ ਸਮਝਾਉਣ ਵਿੱਚ ਬੇਵਸ ਹੋ ਗਈ ਸੀ। ਉਸਨੇ ਆਪਣੇ ਮੁੰਡੇ ਨੂੰ
ਗੱਲ ਲਾ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਮੁੰਡੇ ਨੇ ਧੱਕਾ ਦੇ ਕੇ ਪ੍ਰੀਤੀ ਨੂੰ ਪਰੇ ਸੁੱਟ ਦਿੱਤਾ ਅਤੇ ਕਹਿਣ ਲੱਗਾ, ਤੂੰ ਮੇਰੀ ਮਾਂ ਨਹੀਂ ਹੈਗੀ, ਤੂੰ ਸਿਰਫ ਉਹਦੀ ਮਾਂ ਏ। ਜਾਂ ਤਾਂ ਉਹਨੂੰ ਵੀ ਇੱਥੇ ਲੈ ਕੇ ਆ ਜਾਂ ਮੈਨੂੰ ਵੀ ਉੱਥੇ ਲੈ ਕੇ ਜਾ, ਜਾਂ ਮੇਰੀਆਂ ਵੀ ਰੀਝਾਂ ਪੂਰੀਆਂ ਕਰ ਜਾਂ ਉਹਦੇ ਤੋਂ ਵੀ ਦਿਹਾੜੀਆਂ ਕਰਾ। ਇਹ ਗੱਲਾਂ ਸੁਣ ਕੇ ਪ੍ਰੀਤੀ ਸਿਰਫ ਆਪਣੇ ਆਪ ਨੂੰ ਕੋਸ ਰਹੀ ਸੀ, ਆਪਣੇ ਆਪ ਨੂੰ ਜ਼ਿੰਮੇਵਾਰ ਸਮਝ ਰਹੀ ਸੀ। 4-5 ਦਿਨ ਉਸ ਦਾ ਛੋਟਾ ਮੁੰਡਾ ਪ੍ਰੀਤੀ ਨਾਲ ਬੋਲਿਆ ਨਹੀਂ, ਨਾ ਹੀ ਉਸਨੇ ਚੰਗੀ ਤਰ੍ਹਾਂ ਰੋਟੀ ਖਾਧੀ, ਬਸ ਰੋਂਦਾ ਹੀ ਰਹਿੰਦਾ ਸੀ। ਪ੍ਰੀਤੀ ਨੇ ਉਸਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਬੱਚਾ ਸੀ, ਇਸ ਲਈ ਨਹੀਂ ਸਮਝ ਸਕਿਆ। ਇੱਕ ਦਿਨ ਪ੍ਰੀਤੀ ਨੇ ਸਰਪੰਚ ਦੇ ਮੁੰਡੇ ਕੋਲ ਜਾ ਕੇ ਉਹਦੇ ਪੈਰਾਂ ਵਿੱਚ ਬੈਠ ਕੇ ਰੋਂਦੀ ਹੋਈ ਨੇ ਝੋਲੀ ਅੱਡ ਕੇ ਕਿਹਾ ਕਿ ਮੈਂ ਅੱਜ ਤੱਕ ਤੁਹਾਡੀ ਖਿਦਮਤ ਕੀਤੀ ਹੈ, ਮੇਰੇ ਛੋਟੇ ਮੁੰਡੇ ਨੂੰ ਵੀ ਉਹ ਸਭ ਚਾਹੀਦਾ ਜੋ ਮੇਰੇ ਵੱਡੇ ਮੁੰਡੇ ਨੂੰ ਮਿਲ ਰਿਹਾ ਹੈ। ਅਜੇ ਉਹ ਬੱਚਾ ਹੈ, ਉਹ ਨਾ ਸਮਝ ਹੈ, ਵੱਡਾ ਹੋ ਕੇ ਖੁਦ ਸਮਝ ਜਾਵੇਗਾ। ਪਰ ਅੱਜ ਦੀ ਘੜੀ ਮੇਰੀ ਮਦਦ ਕਰੋ, ਮੇਰੀ ਚਾਹੇ ਜਾਨ ਲੈ ਲਓ ਪਰ ਮੇਰੇ ਦੋਹਾਂ ਮੁੰਡਿਆਂ ਨੂੰ ਬਰਾਬਰ ਕਰ ਦਿਓ। ਇਹ ਸੁਣ ਕੇ ਸਰਪੰਚ ਦਾ ਮੁੰਡਾ ਮੰਨ ਗਿਆ ਅਤੇ ਕਹਿਣ ਲੱਗਾ ਕਿ ਸਾਡੇ ਘਰ ਕਿਸੇ ਚੀਜ਼ ਦੀ ਕਮੀ ਨਹੀਂ, ਅਸੀਂ ਤੇਰੇ ਦੂਜੇ ਮੁੰਡੇ ਨੂੰ ਵੀ ਗੋਦ ਲੈ ਲਵਾਂਗੇ, ਪਰ ਜਦੋਂ ਮੈਂ ਕਹਾਂ ਉਦੋਂ ਮੇਰੇ ਕੋਲ ਆਉਣਾ ਪਿਆ ਕਰੂ ਤੈਨੂੰ, ਭਾਵੇਂ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾਇਆ। ਜੋ ਵੀ ਅੱਜ ਹੋ ਰਿਹਾ ਜਾਂ ਇਸ ਤੋਂ ਪਹਿਲਾਂ ਹੋਇਆ ਉਸ ਦਾ ਜ਼ਿੰਮੇਵਾਰ ਸਿਰਫ ਮੈਂ ਹਾਂ। ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰਦਾ, ਪਰ ਮੈਨੂੰ ਤੇਰੇ ਨਾਲ ਸਰੀਰਕ ਸੰਬੰਧ ਬਣਾਉਣ ਤੇ ਸੰਤੁਸ਼ਟੀ ਮਿਲਦੀ ਹੈ। ਤੂੰ ਫਿਕਰ ਨਾ ਕਰ, ਕੱਲ ਤੇਰਾ ਦੂਜਾ ਮੁੰਡਾ ਅਸੀਂ ਪੱਕੇ ਤੌਰ ਤੇ ਆਪਣੇ ਘਰ ਲੈ ਆਵਾਂਗੇ। ਅੱਜ ਰਾਤ ਨੂੰ ਤੂੰ ਹਰ ਹਾਲਤ ਵਿੱਚ ਮੇਰੇ ਕੋਲ ਇਸੇ ਥਾਂ ਤੇ ਆਉਣਾ। ਇੰਨਾ ਕਹਿ ਕੇ ਉਹ ਚਲਾ ਗਿਆ ਅਤੇ ਪ੍ਰੀਤੀ ਆਪਣੇ ਘਰ ਵਾਪਸ ਆ ਗਈ। ਉਸ ਨੂੰ ਕੋਈ ਫਰਕ ਨਹੀਂ ਪੈ ਰਿਹਾ ਸੀ ਕਿ ਉਸ ਨਾਲ ਕੀ ਹੋ ਰਿਹਾ ਹੈ ਅਤੇ ਕੀ ਹੋਵੇਗਾ। ਉਹ ਸਿਰਫ ਆਪਣੇ ਦੋਹਾਂ ਪੁੱਤਰਾਂ ਨੂੰ ਹਰ ਹਾਲਤ ਵਿੱਚ ਬਰਾਬਰ ਕਰਕੇ ਆਪਣੇ ਮਨੋਂ ਬੋਝ ਲਾਉਣਾ ਚਾਹੁੰਦੀ ਸੀ। ਉਸ ਨੂੰ ਇਹ ਨਹੀਂ ਪਤਾ ਸੀ ਕਿ ਉਹ ਗਲਤ ਕਰ ਰਹੀ ਹੈ ਜਾਂ ਸਹੀ। ਉਸ ਨੂੰ ਸਿਰਫ ਆਪਣੇ ਛੋਟੇ ਮੁੰਡੇ ਦੀ ਫਿਕਰ ਸੀ। ਉਸਨੇ ਇਹ ਫੈਸਲਾ ਕਰ ਲਿਆ ਸੀ ਕਿ ਜਦੋਂ ਉਸਦੇ ਛੋਟੇ ਮੁੰਡੇ ਨੂੰ ਵੀ ਸਰਪੰਚ ਦੇ ਪਰਿਵਾਰ ਵਿੱਚ ਜਗ੍ਹਾ ਮਿਲ ਗਈ ਤਾਂ ਉਸ ਤੋਂ ਬਾਅਦ ਉਹ ਆਤਮ ਹੱਤਿਆ ਕਰ ਲਵੇਗੀ। ਉਹ ਹੁਣ ਜਿਉਣਾ ਨਹੀਂ ਚਾਹੁੰਦੀ ਸੀ। ਗਰਮੀ ਦੀ ਰੁੱਤ ਸੀ। ਰਾਤ ਦੇ ਸਮੇਂ ਪ੍ਰੀਤੀ 10 ਵਜੇ ਉੱਠ ਕੇ ਸਰਪੰਚ ਦੇ ਮੁੰਡੇ ਕੋਲ ਚਲੀ ਗਈ। ਉਸ ਦੇ ਮਗਰ ਹੀ ਉਸਦਾ ਛੋਟਾ ਮੁੰਡਾ ਵੀ ਉੱਠ ਕੇ ਤੁਰ ਪਿਆ। ਪਰ ਇਸ ਗੱਲ ਦਾ ਪ੍ਰੀਤੀ ਨੂੰ ਬਿਲਕੁਲ ਵੀ ਪਤਾ ਨਹੀਂ ਲੱਗਾ ਕਿ ਉਸਦਾ ਛੋਟਾ ਮੁੰਡਾ ਵੀ ਉਸਦੇ ਮਗਰ ਹੀ ਆ ਰਿਹਾ ਹੈ। ਸਰਪੰਚ ਦੇ ਮੁੰਡੇ ਅਤੇ ਆਪਣੀ ਮਾਂ ਨੂੰ ਇੱਕ ਬਿਸਤਰ ਤੇ ਪਿਆ ਦੇਖ ਕੇ ਉਸ ਦੇ ਤਨ ਮਨ ਨੂੰ ਅੱਗ ਲੱਗ ਗਈ। ਜਦੋਂ ਪ੍ਰੀਤੀ ਉੱਥੋਂ ਵਾਪਸ ਆਉਣ ਲੱਗੀ ਤਾਂ ਉਸਦੇ ਛੋਟੇ ਮੁੰਡੇ ਨੇ ਰਸਤੇ ਵਿੱਚ ਹੀ ਉਸ ਨੂੰ ਰੋਕ ਲਿਆ ਤੇ ਕਹਿਣ ਲੱਗਾ, ਮਾਂ ਤੂੰ ਮੇਰੀ ਮਾਂ ਨਹੀਂ ਹੋ ਸਕਦੀ, ਤੂੰ ਤਾਂ ਮੇਰੇ ਬਾਪ ਦੀ ਨਹੀਂ ਬਣੀ, ਮੇਰੀ ਕਿੱਥੋਂ ਬਣੇਗੀ। ਇਹ ਕਹਿ ਕੇ ਉਹ ਰੋਂਦਾ ਹੋਇਆ ਭੱਜਣ ਲੱਗਾ। ਪ੍ਰੀਤੀ ਬਹੁਤ ਘਬਰਾ ਗਈ। ਉਹ ਵੀ ਉਸਦੇ ਮਗਰ ਹੀ ਭੱਜਣ ਲੱਗ ਪਈ। ਦੋਵੇਂ ਜਾਣੇ ਪੂਰੀ ਤੇਜ਼ ਗਤੀ ਨਾਲ ਭੱਜ ਰਹੇ ਸਨ। ਦੋਵੇਂ ਰੋ ਰਹੇ ਸਨ। ਪਿੰਡ ਦੇ ਕੋਲ ਹੀ ਇੱਕ ਛੋਟਾ ਜਿਹਾ ਪਾਣੀ ਵਾਲਾ ਸੂਆ ਸੀ। ਉਸ ਵਿੱਚ ਉਸਦੇ ਛੋਟੇ ਮੁੰਡੇ ਨੇ ਛਾਲ ਮਾਰ ਦਿੱਤੀ। ਉਸ ਨੂੰ ਤਾਂ ਤੈਰਨਾ ਵੀ ਨਹੀਂ ਆਉਂਦਾ ਸੀ ਅਤੇ ਨਾ ਹੀ ਪ੍ਰੀਤੀ ਨੂੰ ਤੈਰਨਾ ਆਉਂਦਾ ਸੀ। ਪ੍ਰੀਤੀ ਨੇ ਵਾਪਸ ਆ ਕੇ ਸਰਪੰਚ ਦੇ ਮੁੰਡੇ ਨੂੰ ਸਭ ਦੱਸ ਦਿੱਤਾ ਅਤੇ ਆਸ-ਪਾਸ ਦੇ ਸਾਰੇ ਲੋਕਾਂ ਨੂੰ ਵੀ ਜਗਾ ਲਿਆ। ਕਾਫੀ ਸਾਰੇ ਲੋਕਾਂ ਨੇ ਮਿਲ ਕੇ ਪ੍ਰੀਤੀ ਦੇ ਮੁੰਡੇ ਨੂੰ ਤਾਂ ਨਹਿਰ ਵਿੱਚੋਂ ਕੱਢ ਲਿਆ, ਪਰ ਉਹ ਹੁਣ ਮਰ ਚੁੱਕਾ ਸੀ। ਇਹ ਸਭ ਦੇਖ ਕੇ ਉੱਚੀ-ਉੱਚੀ ਧਾਹਾਂ ਮਾਰਦੀ ਹੋਈ ਪ੍ਰੀਤੀ ਦੇ ਸਾਹ ਕਦੋਂ ਰੁਕ ਗਏ ਕਿਸੇ ਨੂੰ ਪਤਾ ਹੀ ਨਾ ਲੱਗਾ। ਮਰਨ ਤੋਂ ਪਹਿਲਾਂ ਪ੍ਰੀਤੀ ਦੇ ਸ਼ਬਦ ਇੰਜ ਸਨ ਕਿ ਵੇ ਲੋਕੋ, ਬਚਪਨ ਤੋਂ ਭੱਜਦੀ ਭੱਜਦੀ ਅੱਜ ਸਾਡੀ ਮਜਬੂਰੀ ਦੀ ਮੌਤ ਹੋ ਗਈ। ਅਗਲੇ ਦਿਨ ਸਵੇਰੇ 9 ਵਜੇ ਖੇਤ ਵਿੱਚ ਜਾ ਕੇ ਸਰਪੰਚ ਦੇ ਮੁੰਡੇ ਨੇ ਫਾਹਾ ਲੈ ਲਿਆ, ਕਿਉਂਕਿ ਉਹ ਆਪਣੇ ਆਪ ਨੂੰ ਪ੍ਰੀਤੀ ਅਤੇ ਉਸਦੇ ਛੋਟੇ ਮੁੰਡੇ ਦੀ ਮਜਬੂਰੀ ਦਾ ਕਾਤਲ ਸਮਝ ਰਿਹਾ ਸੀ। ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ ਅਤੇ ਜੇਕਰ ਤੁਸੀਂ ਹੁਣ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਦੇ ਬਟਨ ਨੂੰ ਦਬਾ ਕੇ ਆਲ ਤੇ ਸੈੱਟ ਕਰ ਲਓ। ਤੁਹਾਡਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।